ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਲੈਕਚਰ ਵਿੱਚ। ਅੱਜ ਆਪਾਂ ਨਵਾਂ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ। ਚੈਪਟਰ ਸੈਕਿੰਡ ਹੈ ਫਰਾਂਸ ਦੀ ਕ੍ਰਾਂਤੀ। ਫਰਾਂਸ ਦੀ ਕ੍ਰਾਂਤੀ ਦਾ ਆਰੰਭ ਅਤੇ ਬਾਸਤੀਲ ਦਾ ਪਤਨ। ਇਹ ਫਰਾਂਸ ਦੀ ਕ੍ਰਾਂਤੀ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਬਾਸਤੀਲ ਕੀ ਸੀ, ਇਸ ਦਾ ਪਤਨ ਕਿਵੇਂ ਹੋਇਆ। ਫਰਾਂਸੀਸੀ ਕ੍ਰਾਂਤੀ ਅਸਲ ਵਿੱਚ 1787-88 ਦੇ ਵਿੱਚ ਹੀ ਸ਼ੁਰੂ ਹੋ ਗਈ ਸੀ ਅਤੇ ਇਸ ਨੂੰ ਸ਼ੁਰੂ ਕਰਨ ਦਾ ਕੰਮ ਸਭ ਤੋਂ ਪਹਿਲਾਂ ਸਮਾਜ ਦੇ ਕੁਲੀਨ ਵਰਗ ਨੇ ਕੀਤਾ ਸੀ। ਕੁਲੀਨ ਵਰਗ ਬਾਰੇ ਆਪਾਂ ਪੜ੍ਹਿਆ ਸੀ ਕਿ ਸਮਾਜ ਦਾ ਜਿਹੜਾ ਪਹਿਲਾ ਵਰਗ ਸੀ ਉਹਦੇ ਵਿੱਚ ਪਾਦਰੀ ਆਉਂਦੇ ਸੀ ਅਤੇ ਕੁਲੀਨ ਵਰਗ ਆਉਂਦਾ ਸੀ। ਅਤੇ ਕ੍ਰਾਂਤੀ ਨੂੰ ਆਰੰਭ ਕਰਨ ਦਾ ਕੰਮ ਹੈ ਜਿਹੜਾ ਉਹ ਕੁਲੀਨ ਵਰਗ ਨੇ ਕੀਤਾ ਸੀਗਾ। ਕਿਉਂ ਕੀਤਾ? ਜਦੋਂ ਫਰਾਂਸ ਦੇ ਬਾਦਸ਼ਾਹ ਅਤੇ ਉਸਦੇ ਮੰਤਰੀਆਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਵਾਸਤੇ ਕੁਲੀਨਾਂ ਦੇ ਵਿਸ਼ੇਸ਼ ਅਧਿਕਾਰ ਸਮਾਪਤ ਕਰਨ ਅਤੇ ਉੱਚ ਵਰਗ ਦੇ ਲੋਕਾਂ ਉੱਤੇ ਟੈਕਸ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਲੀਨਾਂ ਦੀ ਸੰਸਥਾ ਪਾਰਲੇਮਾ, ਕੁਲੀਨਾਂ ਦੀ ਸੰਸਥਾ ਪਾਰਲੇਮਾ ਨੂੰ ਇਸ ਕਰਕੇ ਕਹਿੰਦੇ ਆ ਕਿਉਂਕਿ ਪੈਰਿਸ ਵਿੱਚ ਜਿਹੜੀ ਉੱਚ ਅਦਾਲਤ ਸੀ ਇਸ ਵਿੱਚ ਜਿੰਨੇ ਵੀ ਜੱਜ ਲੱਗੇ ਹੋਏ ਸੀ ਉਹ ਸਾਰੇ ਕੁਲੀਨ ਵਰਗ ਦੇ ਨਾਲ ਸੰਬੰਧ ਰੱਖਦੇ ਸੀ, ਕਿਉਂਕਿ ਉਹਨਾਂ ਨੇ ਨਿਆਂਧੀਸ਼ ਦੇ ਅਹੁਦੇ ਜਿਹੜੇ ਸੀ ਉਹ ਖਰੀਦੇ ਹੋਏ ਸੀ। ਇਸ ਕਰਕੇ ਪੈਰਿਸ ਦੀ ਪਾਰਲੇਮਾ ਜਿਹੜੀ ਸੀ ਉਹਨਾਂ ਦੇ ਕੰਟਰੋਲ ਵਿੱਚ ਸੀ ਕੁਲੀਨ ਵਰਗ ਦੇ, ਅਤੇ ਜਿਸ ਕਰਕੇ ਹੁਣ ਪੈਰਿਸ ਦੀ ਪਾਰਲੇਮਾ ਅਤੇ ਫਰਾਂਸ ਦੇ ਬਾਦਸ਼ਾਹ ਦੇ ਵਿਚਕਾਰ ਸੰਘਰਸ਼ ਜਿਹੜਾ ਸੀ ਉਹ ਸ਼ੁਰੂ ਹੋ ਗਿਆ ਸੀਗਾ। ਕਿਉਂਕਿ ਕੁਲੀਨ ਵਰਗ ਜਿਹੜਾ ਸੀ ਉਹ ਨਹੀਂ ਚਾਹੁੰਦਾ ਸੀਗਾ ਕਿ ਉਹਨਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕੀਤਾ ਜਾਵੇ ਅਤੇ ਉਹਨਾਂ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਟੈਕਸ ਲਗਾਇਆ ਜਾਵੇ। ਅੰਤ ਵਿੱਚ ਪਾਰਲੇਮਾ ਨੇ ਸੁਝਾਅ ਦਿੱਤਾ ਕਿ ਬਾਦਸ਼ਾਹ ਨੂੰ ਸਟੇਟਸ ਜਨਰਲ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਇਸ ਕਰਕੇ ਬੁਲਾਉਣ ਦਾ ਸੁਝਾਅ ਦਿੱਤਾ ਕਿਉਂਕਿ ਵੱਖ-ਵੱਖ ਆਰਥਿਕ ਵਿਵਸਥਾ ਦੇ ਮੰਤਰੀਆਂ ਨੇ ਇਹ ਸੁਝਾਅ ਦਿੱਤਾ ਸੀਗਾ ਕਿ ਕੁਲੀਨ ਵਰਗ ਦੇ ਲੋਕਾਂ ਉੱਤੇ ਟੈਕਸ ਲਗਾਉਣੇ ਚਾਹੀਦੇ ਆ ਅਤੇ ਸਟੈਂਪ ਡਿਊਟੀ ਜਿਹੜੀ ਆ ਉਹਨਾਂ ਨੂੰ ਉਹ ਦੇਣੀ ਚਾਹੀਦੀ ਆ। ਅਤੇ ਲੇਕਿਨ ਪੈਰਿਸ ਦੀ ਪਾਰਲੇਮਾ ਨੇ ਕਿਹਾ ਸੀਗਾ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੈਕਸ ਲਗਾਉਣ ਦਾ ਅਧਿਕਾਰ ਜਿਹੜਾ ਉਹ ਸਾਡੇ ਹੱਥ ਵਿੱਚ ਨਹੀਂ ਹੈ, ਇਹ ਅਧਿਕਾਰ ਜਿਹੜਾ ਹੈ ਸਟੇਟਸ ਜਨਰਲ ਦੇ ਹੱਥ ਵਿੱਚ ਹੈ। ਇਸ ਕਰਕੇ ਸਟੇਟਸ ਜਨਰਲ ਦੀ ਮੀਟਿੰਗ ਜਿਹੜੀ ਹੈ ਬੁਲਾਉਣੀ ਚਾਹੀਦੀ ਹੈ ਅਤੇ ਜਿਸ ਕਰਕੇ ਬਾਦਸ਼ਾਹ ਨੂੰ ਮਜਬੂਰ ਹੋ ਕੇ ਸਟੇਟਸ ਜਨਰਲ ਦੀ ਮੀਟਿੰਗ ਬੁਲਾਉਣ ਲਈ ਕਹਿਣਾ ਪਿਆ। ਇਸ ਤੋਂ ਬਾਅਦ ਕ੍ਰਾਂਤੀ ਦਾ ਸਰੂਪ ਹੀ ਬਦਲ ਗਿਆ। ਹੁਣ ਸਧਾਰਨ ਲੋਕਾਂ ਦੇ ਤੀਸਰੇ ਵਰਗ ਦਾ ਬਾਦਸ਼ਾਹ ਅਤੇ ਕੁਲੀਨ ਵਰਗ ਦੇ ਵਿਰੁੱਧ ਸੰਘਰਸ਼ ਹੋਣ ਲੱਗਾ। ਇਸ ਸੰਘਰਸ਼ ਵਿੱਚ ਤੀਸਰੇ ਵਰਗ ਦੀ ਮੱਧ ਸ਼੍ਰੇਣੀ ਨੇ ਅਗਵਾਈ ਕੀਤੀ ਅਤੇ ਕੁਝ ਸਮੇਂ ਪਿੱਛੋਂ ਕ੍ਰਾਂਤੀ ਸਧਾਰਨ ਜਨਤਾ ਦੀ ਕ੍ਰਾਂਤੀ ਦਾ ਰੂਪ ਧਾਰਨ ਕਰ ਗਈ, ਜਿਸ ਵਿੱਚ ਪੈਰਿਸ ਦੇ ਆਮ ਲੋਕ ਵੀ ਸ਼ਾਮਿਲ ਹੋ ਗਏ, ਕਿਸਾਨ ਵੀ ਸ਼ਾਮਿਲ ਹੋ ਗਏ। ਹੁਣ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਘਟਨਾ ਦੀ ਸ਼ੁਰੂਆਤ ਕਿਵੇਂ ਹੋਈ। ਸਟੇਟਸ ਜਨਰਲ ਦਾ ਸਮਾਗਮ। ਫਰਾਂਸ ਦੀ ਕ੍ਰਾਂਤੀ ਕੁਲੀਨ ਵਰਗ ਨੇ ਸ਼ੁਰੂ ਕੀਤੀ ਸੀ ਅਤੇ ਇਸ ਦੇ ਪਹਿਲੇ ਪੜਾਅ ਵਿੱਚ ਸਫਲਤਾਪੂਰਵਕ ਅਗਵਾਈ ਵੀ ਜਿਹੜੀ ਸੀ ਉਹ ਕੁਲੀਨ ਵਰਗ ਨੇ ਕੀਤੀ। ਲੂਈ 16ਵੇਂ ਦੇ ਰਾਜਕਾਲ ਵਿੱਚ ਤੁਰਗੋ ਨੇਕਰ ਅਤੇ ਕੈਲੋਨ ਨਾਮਕ ਵਿੱਤ ਮੰਤਰੀਆਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਵਾਸਤੇ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ, ਲੇਕਿਨ ਪੈਰਿਸ ਦੀ ਪਾਰਲੇਮਾ ਜਿਸ ਦੇ ਮੈਜਿਸਟ੍ਰੇਟ ਕੁਲੀਨ ਵਰਗ ਨਾਲ ਸੰਬੰਧਿਤ ਹੁੰਦੇ ਸੀ ਉਹਨਾਂ ਨੇ ਵਿਰੋਧ ਕੀਤਾ ਅਤੇ ਉਹਨਾਂ ਦੀਆਂ ਸਾਰੀਆਂ ਯੋਜਨਾਵਾਂ ਜਿਹੜੀਆਂ ਸੀ ਇਹ ਮੰਤਰੀਆਂ ਦੀਆਂ ਫੇਲ ਕਰ ਦਿੱਤੀਆਂ। ਕੈਲੋਨ ਤੋਂ ਬਾਅਦ 1787 ਈਸਵੀ ਵਿੱਚ ਬ੍ਰਾਇਨ ਵਿੱਤ ਮੰਤਰੀ ਬਣ ਗਿਆ। ਉਸਨੇ ਕਈ ਹੋਰ ਨਵੀਆਂ ਸਕੀਮਾਂ ਦੱਸੀਆਂ। ਇਸ ਤੋਂ ਇਲਾਵਾ ਉਸਨੇ ਕਿਹਾ ਕਿ ਭੂਮੀ ਕਰ ਦੇ ਸਟੈਂਪ ਟੈਕਸ ਜਿਹੜਾ ਹੈ ਉਹ ਲਗਾਉਣਾ ਚਾਹੀਦਾ ਹੈ ਕੁਲੀਨ ਵਰਗ ਦੇ ਉੱਤੇ। ਪੈਰਿਸ ਦੀ ਪਾਰਲੇਮਾ ਨੇ ਇਹਨਾਂ ਦੋਹਾਂ ਟੈਕਸਾਂ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਨਵੇਂ ਟੈਕਸ ਲਗਾਉਣ ਦਾ ਅਧਿਕਾਰ ਸਾਡੇ ਕੋਲ ਨਹੀਂ ਹੈ। ਇਸ ਤਰ੍ਹਾਂ ਦੇ ਨਵੇਂ ਟੈਕਸ ਹੈ ਜਿਹੜੇ ਸਿਰਫ ਸਟੇਟਸ ਜਨਰਲ ਹੀ ਲਗਾ ਸਕਦੀ ਹੈ। ਕੁਲੀਨਾਂ ਦੇ ਵੱਧ ਰਹੇ ਵਿਰੋਧ ਨੂੰ ਦੇਖਦੇ ਹੋਏ ਅੰਤ ਵਿੱਚ ਬਾਦਸ਼ਾਹ ਨੂੰ ਮਜਬੂਰ ਹੋ ਕੇ ਸਟੇਟਸ ਜਨਰਲ ਦਾ ਸਮਾਗਮ ਬੁਲਾਉਣ ਲਈ ਮੰਨਣਾ ਪਿਆ। ਅਗਸਤ ਨੂੰ ਬਾਦਸ਼ਾਹ ਨੇ ਐਲਾਨ ਕਰ ਦਿੱਤਾ ਕਿ ਸਟੇਟਸ ਜਨਰਲ ਦਾ ਸਮਾਗਮ 1 ਮਈ 1799 ਨੂੰ ਬੁਲਾਇਆ ਜਾਵੇਗਾ। 23 ਸਤੰਬਰ 1788 ਈਸਵੀ ਨੂੰ ਪਾਰਲੇਮਾ ਨੇ ਫੈਸਲਾ ਕੀਤਾ ਕਿ ਸਟੇਟਸ ਜਨਰਲ ਦੇ 1614 ਈਸਵੀ ਵਿੱਚ ਜਿਹੜੇ 3 ਵਰਗ ਹੁੰਦੇ ਸੀ ਉਹੀ 3 ਵਰਗ ਹੋਣਗੇ ਅਤੇ ਤਿੰਨੋਂ ਵਰਗ ਜਿਹੜੇ ਉਹ ਵੱਖ-ਵੱਖ ਸਭਾ ਕਰਕੇ ਫੈਸਲਾ ਕਰਨਗੇ ਕਿ ਦੇਸ਼ ਵਾਸਤੇ ਕਿਹੜੇ ਮਹੱਤਵਪੂਰਨ ਫੈਸਲੇ ਲੈਣੇ ਆ ਅਤੇ ਹਰੇਕ ਵਰਗ ਨੂੰ ਇੱਕ ਵੋਟ ਜਿਹੜਾ ਹੈ ਉਹ ਦੇਣਾ ਪਵੇਗਾ। ਉਸ ਤੋਂ ਬਾਅਦ ਹੈ ਸਟੇਟਸ ਜਨਰਲ ਦਾ। ਹੁਣ ਆਪਾਂ ਸਟੇਟਸ ਜਨਰਲ ਬਾਰ-ਬਾਰ ਜਿਹੜਾ ਹੈ ਉਹ ਰਿਪੀਟ ਕਰ ਰਹੇ ਹਾਂ, ਲੇਕਿਨ ਆਪਾਂ ਨੂੰ ਪਤਾ ਨਹੀਂ ਕਿ ਸਟੇਟਸ ਜਨਰਲ ਕੀ ਹੈ। ਸੋ ਸਟੇਟਸ ਜਨਰਲ ਦੇ ਪੂਰਬੀ ਇਤਿਹਾਸ ਬਾਰੇ ਪੜ੍ਹਦੇ ਹਾਂ ਅਤੇ ਇਸ ਦਾ ਸਰੂਪ ਕੀ ਸੀਗਾ। ਸਟੇਟਸ ਜਨਰਲ ਦੀ ਸਥਾਪਨਾ 1302 ਈਸਵੀ ਵਿੱਚ ਇੱਕ ਅਸਥਾਈ ਸਭਾ ਦੇ ਵਜੋਂ ਕੀਤੀ ਗਈ ਸੀ। ਮਤਲਬ ਕਿ ਇਹ ਕੋਈ ਪਰਮਾਨੈਂਟ ਸਭਾ ਨਹੀਂ ਸੀਗੀ, ਪਰੰਤੂ ਇਹ ਬਰਤਾਨਵੀ ਪਾਰਲੀਮੈਂਟ ਦੀ ਤਰ੍ਹਾਂ ਭਾਵ ਕਿ ਇੰਗਲੈਂਡ ਦੀ ਪਾਰਲੀਮੈਂਟ ਦੀ ਤਰ੍ਹਾਂ ਨਾ ਤਾਂ ਇੱਕ ਨਿਯਮਿਤ ਸੰਸਥਾ ਸੀ, ਕੋਈ ਰੈਗੂਲਰ ਸੰਸਥਾ ਨਹੀਂ ਸੀਗੀ, ਨਾ ਹੀ ਇਸ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਸੀਗਾ। ਅਤੇ ਇਸ ਤੋਂ ਇਲਾਵਾ ਜਦੋਂ ਵੀ ਕਦੇ ਬਾਦਸ਼ਾਹ ਨੂੰ ਜ਼ਰੂਰਤ ਹੁੰਦੀ ਸੀ ਤਾਂ ਉਦੋਂ ਸਟੇਟਸ ਜਨਰਲ ਦਾ ਸਮਾਗਮ ਜਿਹੜਾ ਸੀ ਉਹ ਬੁਲਾ ਲਿਆ ਜਾਂਦਾ ਸੀਗਾ, ਜਾਂ ਫਿਰ ਦੇਸ਼ ਕਦੇ ਆਰਥਿਕ ਸੰਕਟ ਵਿੱਚ ਹੁੰਦਾ ਸੀ ਤਾਂ ਇਸ ਦਾ ਸਮਾਗਮ ਬੁਲਾਉਣ ਦਾ ਪ੍ਰਬੰਧ ਕੀਤਾ ਜਾਂਦਾ ਸੀ। ਲੇਕਿਨ ਚਾਹੇ 1614 ਈਸਵੀ ਤੋਂ ਬਾਅਦ ਇਸ ਦਾ ਕੋਈ ਵੀ ਸਮਾਗਮ ਨਹੀਂ ਹੋਇਆ ਸੀਗਾ। 1799 ਈਸਵੀ ਤੋਂ ਪਹਿਲਾਂ ਸਟੇਟਸ ਜਨਰਲ ਦਾ ਸਰੂਪ ਜਿਹੜਾ ਸੀ ਉਹ ਸਾਮੰਤਵਾਦੀ ਸਿਧਾਂਤਾਂ ਦੇ ਉੱਤੇ ਆਧਾਰਿਤ ਸੀ। ਇਸ ਦੀਆਂ 3 ਸ਼੍ਰੇਣੀਆਂ ਹੁੰਦੀਆਂ ਸੀਗੀਆਂ ਸਟੇਟਸ ਜਨਰਲ ਦੀਆਂ: ਕੁਲੀਨ ਵਰਗ ਦੇ ਲੋਕ, ਪਾਦਰੀ ਅਤੇ ਸਧਾਰਨ ਵਰਗ ਦੇ ਲੋਕ। ਇਹ ਸਾਰੇ ਪ੍ਰਤੀਨਿਧੀ ਜਿਹੜੇ ਸੀ ਅਲੱਗ-ਅਲੱਗ ਭਵਨਾਂ ਦੇ ਵਿੱਚ ਬੈਠਦੇ ਸੀ ਅਤੇ ਹਰੇਕ ਸ਼੍ਰੇਣੀ ਇੱਕ ਇਕਾਈ ਦੇ ਰੂਪ ਵਿੱਚ ਵੋਟ ਦਿੰਦੀ ਸੀ। ਜਿਵੇਂ ਆਪਾਂ ਕਹਿ ਲਈਏ ਕਿ ਆਪਣੇ ਜਿਵੇਂ
ਦੋ ਸਦਨ ਹੈ ਨਾ ਆਪਣੇ ਲੋਕ ਸਭਾ ਅਤੇ ਰਾਜ ਸਭਾ, ਜਿਹਦੇ ਵਿੱਚ ਆਪਾਂ ਲੋਕ ਸਭਾ ਦੇ ਮੈਂਬਰ ਜਿਹੜੇ ਉਹਨਾਂ ਨੂੰ ਚੁਣ ਕੇ ਭੇਜਦੇ ਹਾਂ। ਇਸੇ ਤਰ੍ਹਾਂ ਜਿਹੜੇ ਕੁਲੀਨ ਵਰਗ, ਪਾਦਰੀ ਅਤੇ ਸਧਾਰਨ ਵਰਗ ਦੇ ਲੋਕ ਆ, ਇਹ ਵੀ ਜਿਹੜੇ ਸੀ ਜਨਤਾ ਦੀ ਪ੍ਰਤੀਨਿਧਤਾ ਕਰਦੇ ਸੀਗੇ। ਜਿਵੇਂ ਕੁਲੀਨ ਵਰਗ ਦੇ ਮੈਂਬਰ ਜਿਹੜੇ ਸੀ ਕੁਲੀਨ ਵਰਗ ਦੀ ਪ੍ਰਤੀਨਿਧਤਾ ਕਰਦੇ ਸੀ, ਪਾਦਰੀ ਜਿਹੜੀ ਸੀ ਉਹ ਪਾਦਰੀਆਂ ਦੀ ਕਰਦੇ ਸੀ, ਅਤੇ ਸਧਾਰਨ ਵਰਗ ਦੇ ਲੋਕ ਜਿਹੜੇ ਸੀ ਉਹ ਸਧਾਰਨ ਵਰਗ ਦੀ, ਸਧਾਰਨ ਜਨਤਾ ਦੀ ਪ੍ਰਤੀਨਿਧਤਾ ਕਰਨ ਲਈ ਸਟੇਟਸ ਜਨਰਲ ਦੇ ਮੈਂਬਰ ਜਿਹੜੇ ਸੀ ਉਹ ਬਣਾਏ ਜਾਂਦੇ ਸੀਗੇ। ਇਹ ਸਾਰੇ ਪ੍ਰਤੀਨਿਧੀ ਜਿਹੜੇ ਹੁੰਦੇ ਸੀ, ਜਦੋਂ ਵੀ ਕਿਸੇ ਮਹੱਤਵਪੂਰਨ ਫੈਸਲੇ ਦੇ ਉੱਤੇ ਕੋਈ ਮੀਟਿੰਗ ਕਰਨੀ ਹੁੰਦੀ ਸੀ ਤਾਂ ਇਹਨਾਂ ਨੂੰ ਅਲੱਗ-ਅਲੱਗ ਹਾਲਸ ਦੇ ਵਿੱਚ ਬਿਠਾਇਆ ਜਾਂਦਾ ਸੀ। ਅਤੇ ਮੰਨ ਲਓ ਜਿੱਦਾਂ ਕੁਲੀਨ ਵਰਗ ਹੈ ਜਿਹੜਾ ਉਹ ਇੱਕ ਰੂਮ ਦੇ ਵਿੱਚ ਬੈਠਾ ਹੈ, ਪਾਦਰੀ ਦੂਸਰੇ ਰੂਮ ਦੇ ਵਿੱਚ ਬੈਠੇ ਹਨ, ਅਤੇ ਸਧਾਰਨ ਵਰਗ ਜਿਹੜਾ ਹੈ ਉਹ ਤੀਸਰੇ ਰੂਮ ਦੇ ਵਿੱਚ ਬੈਠਾ ਹੈ। ਹੁਣ ਕੀ ਆ, ਇੱਕ ਮੈਂਬਰ ਨੇ ਇੱਕ ਵੋਟ ਨਹੀਂ ਦੇਣੀ ਹੈਗੀ, ਮਤਲਬ ਕਿ ਕੁਲੀਨ ਵਰਗ ਦੀ ਇੱਕ ਵੋਟ, ਪਾਦਰੀ ਵਰਗ ਦੀ ਇੱਕ ਵੋਟ ਅਤੇ ਸਧਾਰਨ ਵਰਗ ਦੀ ਇੱਕ ਵੋਟ। ਹੁਣ ਇਹਦੇ ਵਿੱਚ ਇਹ ਵੀ ਇੱਕ ਮੈਂਸ਼ਨ ਸੀਗਾ ਕਿ ਜਿਹੜੇ ਖਾਸ ਅਧਿਕਾਰਾਂ ਵਾਲੇ ਵਰਗ ਹੁੰਦੇ ਸੀ, ਖਾਸ ਅਧਿਕਾਰਾਂ ਵਾਲੇ ਕਿਹੜੇ ਹੁੰਦੇ ਸੀ, ਮਤਲਬ ਕਿ ਜਿਵੇਂ ਕੁਲੀਨ ਵਰਗ ਹੁੰਦੇ ਸੀ ਜਾਂ ਪਾਦਰੀ, ਇਹਨਾਂ ਦੇ ਖਾਸ ਅਧਿਕਾਰ ਹੁੰਦੇ ਸੀ, ਇਹਨਾਂ ਨੂੰ ਸਰਕਾਰ ਵੱਲੋਂ, ਸਮਰਾਟ ਵੱਲੋਂ ਖਾਸ ਅਧਿਕਾਰ ਮਿਲੇ ਹੋਏ ਹੁੰਦੇ ਸੀਗੇ, ਆਮ ਜਨਤਾ ਨਾਲੋਂ ਵਧੇਰੇ ਅਧਿਕਾਰ ਹੁੰਦੇ ਸੀ। ਇਸ ਕਰਕੇ ਇਹ ਵਰਗ ਜਿਹੜੇ ਸੀ ਦੋ ਵੋਟਾਂ ਦੇ ਸਕਦੇ ਸੀ, ਜਿਵੇਂ ਕਿ ਕੁਲੀਨ ਵਰਗ ਦੀਆਂ 2 ਵੋਟਾਂ ਹੁੰਦੀਆਂ ਸੀਗੀਆਂ, ਪਾਦਰੀਆਂ ਦੀਆਂ 2 ਵੋਟਾਂ ਹੁੰਦੀਆਂ ਸੀ, ਇੱਕ ਮੈਂਬਰ ਦੀਆਂ ਨਹੀਂ। ਮਤਲਬ ਕਿ ਕੁਲੀਨ ਵਰਗ ਸਾਰੇ ਜਿੰਨੇ ਮੈਂਬਰ ਹੁੰਦੇ ਸੀ ਉਹ ਸਾਰੇ ਸਿਰਫ 2 ਵੋਟ ਦੇ ਸਕਦੇ ਸੀ। ਇਵੇਂ ਹੀ ਪਾਦਰੀਆਂ ਦਾ ਜਿਹੜਾ ਪੂਰੀ ਸਭਾ ਹੁੰਦੀ ਸੀਗੀ ਉਹ ਵੀ 2 ਵੋਟ ਦੇ ਸਕਦੇ ਸੀਗੇ ਆਪਣੇ, ਅਤੇ ਸਧਾਰਨ ਵਰਗ ਜਿਹੜਾ ਹੁੰਦਾ ਸੀ ਭਾਵੇਂ ਉਹਦੇ ਵਿੱਚ 100 ਮੈਂਬਰ ਹੋਣ, 200 ਹੋਣ, 300 ਹੋਣ, ਉਹਨਾਂ ਨੇ ਇੱਕੋ ਹੀ ਵੋਟ ਦੇਣੀ ਹੁੰਦੀ ਸੀਗੀ। ਅਤੇ ਜਿਸ ਦੇ ਫਲਸਰੂਪ ਸਭਾ ਦੇ ਸਾਰੇ ਫੈਸਲੇ ਜਿਹੜੇ ਸੀ ਉਹ, ਜਿਵੇਂ ਕਿ ਹੁਣ ਮੈਂਬਰ ਜਿਹੜੇ ਉਹ ਜ਼ਿਆਦਾਤਰ ਵਿਸ਼ੇਸ਼ ਅਧਿਕਾਰਾਂ ਵਾਲੇ ਹੋ ਗਏ, ਇਸ ਕਰਕੇ ਕੁਲੀਨਾਂ ਅਤੇ ਪਾਦਰੀਆਂ ਦੀ ਇੱਛਾ ਅਨੁਸਾਰ ਫੈਸਲੇ ਹੋ ਜਾਂਦੇ ਸੀ। ਸਧਾਰਨ ਵਰਗ ਦੀ ਵੋਟ ਇੱਕੋ ਹੀ ਹੁੰਦੀ ਸੀ, ਇਸ ਕਰਕੇ ਸਧਾਰਨ ਵਰਗ ਦੇ ਜਿਹੜੇ ਕੋਈ ਵੀ ਨਿਰਣਾ ਜਿਹੜਾ ਸੀ ਉਹ ਫੈਸਲੇ ਦੇ ਵਿੱਚ ਤਬਦੀਲ ਨਹੀਂ ਹੋ ਪਾਉਂਦਾ ਸੀ। ਸੋ ਸਟੇਟਸ ਜਨਰਲ ਬਾਰੇ ਆਪਾਂ ਪੜ੍ਹ ਲਿਆ ਕਿ ਸਟੇਟਸ ਜਨਰਲ ਕੀ ਸੀਗਾ, ਇਸ ਦਾ ਸਰੂਪ ਕੀ ਸੀਗਾ, ਇਸ ਦੀ ਮੀਟਿੰਗ ਜਿਹੜੀ ਸੀ ਉਹ ਕਦੋਂ ਬੁਲਾਈ ਜਾਂਦੀ ਸੀ। ਹੁਣ ਆਪਾਂ ਪੜ੍ਹਦੇ ਹਾਂ ਕਿ ਇਹਦੇ ਮੈਂਬਰਾਂ ਦੀ ਚੋਣ ਜਿਹੜੀ ਸੀ ਉਹ ਕਿਵੇਂ ਕੀਤੀ ਜਾਂਦੀ ਸੀ। 1799 ਈਸਵੀ ਦੇ ਵਿੱਚ ਜਦੋਂ ਲੂਈ 16ਵੇਂ ਨੇ ਸਟੇਟਸ ਜਨਰਲ ਦੇ ਸਮਾਗਮ ਬੁਲਾਉਣ ਵਾਸਤੇ ਮੈਂਬਰਾਂ ਦੀ ਚੋਣ ਦਾ ਜਿਹੜਾ ਸੀ ਉਹ ਐਲਾਨ ਕਰ ਦਿੱਤਾ। ਫਰਵਰੀ ਦੇ ਵਿੱਚ ਕੰਮ ਜਿਹੜਾ ਸੀ ਉਹ ਇਲੈਕਸ਼ਨਾਂ ਦਾ ਸ਼ੁਰੂ ਹੋ ਗਿਆ। ਦੋਵੇਂ ਉੱਚ ਵਰਗ ਦੇ ਪ੍ਰਤੀਨਿਧੀ ਆ, ਜਿਵੇਂ ਕੁਲੀਨ ਵਰਗ ਦੇ ਹੋ ਗਏ, ਪਾਦਰੀ ਵਰਗ ਦੇ ਹੋ ਗਏ, ਇਹਨਾਂ ਨੂੰ ਤਾਂ ਡਾਇਰੈਕਟ ਇਲੈਕਸ਼ਨ ਦੇ ਰਾਹੀਂ ਚੁਣ ਲਿਆ ਗਿਆ, ਪਰੰਤੂ ਤੀਸਰੇ ਵਰਗ ਦੇ ਲੋਕ ਜਿਹੜੇ ਸੀ ਇਹਨਾਂ ਨੂੰ ਬੜੇ ਹੀ ਇਨਡਾਇਰੈਕਟ ਤਰੀਕੇ ਦੇ ਨਾਲ ਜਿਹੜਾ ਸੀ ਇਹਨਾਂ ਦੀ ਚੋਣ ਕੀਤੀ ਜਾਣੀ ਸੀ। ਭਾਵ ਕਿ ਇਹਨਾਂ ਨੂੰ ਅਲੱਗ-ਅਲੱਗ ਲੈਵਲਸ ਦੇ ਵਿੱਚੋਂ ਜਿਹੜੀ ਸੀ ਲੰਘ ਕੇ ਤਾਂ ਇਹਨਾਂ ਨੇ ਜਿਹੜਾ ਸੀ ਸਟੇਟਸ ਜਨਰਲ ਤੱਕ ਪਹੁੰਚਣਾ ਸੀ। 1799 ਈਸਵੀ ਦੇ ਅੰਤ ਤੱਕ ਸਾਰੇ ਫਰਾਂਸ ਦੇ ਵੱਖ-ਵੱਖ ਭਾਗਾਂ ਵਿੱਚ ਸਟੇਟਸ ਜਨਰਲ ਦੇ ਟੋਟਲ 1214 ਮੈਂਬਰ ਜਿਹੜੇ ਸੀ ਉਹ ਚੁਣ ਲਏ ਗਏ ਸੀਗੇ, ਜਿਨ੍ਹਾਂ ਵਿੱਚੋਂ 621 ਸਧਾਰਨ ਵਰਗ ਨਾਲ ਸੰਬੰਧ ਰੱਖਦੇ ਸੀਗੇ, 308 ਮੈਂਬਰ ਪਾਦਰੀ ਸੀਗੇ ਅਤੇ 285 ਜਿਹੜੇ ਸੀ ਕੁਲੀਨ ਵਰਗ ਦੇ ਨਾਲ ਸੰਬੰਧਿਤ ਸੀ। ਉਸ ਤੋਂ ਬਾਅਦ ਹੁਣ ਸ਼ੁਰੂ ਹੁੰਦਾ ਹੈ, ਦੇਖੋ ਹੁਣ ਇਲੈਕਸ਼ਨ ਦਾ ਕੰਮ ਹੋ ਗਿਆ, ਹੁਣ ਸਟੇਟਸ ਜਨਰਲ ਦਾ ਉਦਘਾਟਨ। 1 ਮਈ 1799 ਈਸਵੀ ਤੱਕ ਸਟੇਟਸ ਜਨਰਲ ਦੇ ਜਿੰਨੇ ਵੀ ਇਹ ਸਾਰੇ ਮੈਂਬਰ ਚੁਣੇ ਹੋਏ ਸੀ ਇਹ ਸਾਰੇ ਹੀ ਵਰਸਾਏ ਪਹੁੰਚ ਗਏ। ਵਰਸਾਏ ਇਸ ਕਰਕੇ ਪਹੁੰਚ ਗਏ ਕਿਉਂਕਿ ਵਰਸਾਏ ਦੇ ਵਿੱਚ ਹੀ ਲੂਈ 16ਵੇਂ ਦਾ ਜਿਹੜਾ ਸੀ ਉਹ ਮਹਿਲ ਹੁੰਦਾ ਸੀਗਾ। 5 ਮਈ ਨੂੰ ਸਵੇਰੇ 8 ਵਜੇ ਵਰਸਾਏ ਵਿੱਚ ਸਾਰੇ ਵਰਗ ਦੇ ਪ੍ਰਤੀਨਿਧੀ ਜਿਹੜੇ ਸੀ ਉਹ ਵਿਸ਼ਾਲ ਹਾਲ ਦੇ ਵਿੱਚ ਇਕੱਠੇ ਹੋ ਗਏ। ਦੁਪਹਿਰੇ 1 ਵਜੇ ਬਾਦਸ਼ਾਹ ਨੇ ਸਭਾ ਭਵਨ ਦੇ ਵਿੱਚ ਪ੍ਰਵੇਸ਼ ਕੀਤਾ। ਬਾਦਸ਼ਾਹ ਨੇ ਆਪਣਾ ਛੋਟਾ ਜਿਹਾ ਸਮਰਾਈਜ਼ ਜਿਹਾ ਉਹਨੇ ਇੱਕ ਭਾਸ਼ਣ ਦਿੱਤਾ, ਕੋਈ ਬਹੁਤਾ ਸਪਸ਼ਟ ਨਹੀਂ ਸੀਗਾ। ਉਹਨੇ ਫਰਾਂਸ ਦੀਆਂ ਆਰਥਿਕ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ, ਡੂੰਘੀ ਸੋਚ ਵਿਚਾਰ ਕੀਤੀ ਅਤੇ ਉਸ ਤੋਂ ਬਾਅਦ ਫਿਰ ਉਸਦੇ ਵਿੱਤ ਮੰਤਰੀ ਨੈਕਰ ਨੇ ਭਾਸ਼ਣ ਦਿੱਤਾ। ਉਹਨੇ ਆਰਥਿਕ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਵਰਣਨ ਕੀਤਾ। ਫਿਰ ਉਸ ਤੋਂ ਬਾਅਦ ਬਾਦਸ਼ਾਹ ਜਿਹੜਾ ਸੀ ਉਹ ਵਾਪਸ ਚਲਾ ਗਿਆ। ਅਗਲੇ ਦਿਨ 6 ਮਈ ਨੂੰ ਸਵੇਰੇ ਕੁਲੀਨ ਅਤੇ ਪਾਦਰੀ ਵਰਗ ਦੇ ਮੈਂਬਰ ਅਲੱਗ-ਅਲੱਗ ਭਵਨਾਂ ਦੇ ਵਿੱਚ ਇਕੱਠੇ ਹੋਏ, ਪਰੰਤੂ ਸਧਾਰਨ ਵਰਗ ਦੇ ਪ੍ਰਤੀਨਿਧੀਆਂ ਨੂੰ ਮੁੱਖ ਭਵਨ ਦੇ ਵਿੱਚ ਹੀ ਭੇਜ ਦਿੱਤਾ ਗਿਆ ਸੀ। ਤੀਸਰੇ ਵਰਗ ਦੇ ਸਾਰੇ ਪ੍ਰਤੀਨਿਧੀ ਹੁਣ ਚਾਹੁੰਦੇ ਸੀਗੇ ਕਿ ਤਿੰਨੋਂ ਵਰਗਾਂ ਦੀ ਇਕੱਠੀ ਮੀਟਿੰਗ ਹੋਣੀ ਚਾਹੀਦੀ ਆ ਅਤੇ ਕਿਉਂਕਿ ਦੇਸ਼ ਦੇ ਜਿਹੜੀਆਂ ਸਮੱਸਿਆਵਾਂ ਹਨ, ਦੇਸ਼ ਦੇ ਮਸਲੇ ਹਨ, ਉਹ ਤਾਂ ਇਕੱਠੇ ਬੈਠ ਕੇ ਹੀ ਸੁਲਝਾਏ ਜਾ ਸਕਦੇ ਹਨ। ਇਸ ਕਰਕੇ ਤੀਸਰੇ ਵਰਗ ਦੇ ਲੋਕਾਂ ਨੇ, ਤੀਸਰੇ ਵਰਗ ਦੇ ਪ੍ਰਤੀਨਿਧੀਆਂ ਨੇ ਬਹੁਤ ਵਾਰੀ ਦੋਹਾਂ ਵਰਗਾਂ ਦੇ ਮੈਂਬਰਾਂ ਨੂੰ ਸੂਚਨਾ ਭੇਜੀ ਕਿ ਆਪਾਂ ਨੂੰ ਇਕੱਠੇ ਬੈਠ ਕੇ ਕੋਈ ਫੈਸਲਾ ਕਰਨਾ ਚਾਹੀਦਾ, ਕਿਉਂਕਿ ਇਕੱਠੇ ਬੈਠ ਕੇ ਆਪਾਂ ਕੋਈ ਡਿਸਕਸ਼ਨ ਕਰਾਂਗੇ ਤਾਂ ਕਿਸੇ ਨਾ ਕਿਸੇ ਸਿੱਟੇ ਉੱਤੇ ਪਹੁੰਚ ਜਾਵਾਂਗੇ। ਇਸ ਤਰ੍ਹਾਂ ਦੇ ਨਾਲ ਤੀਸਰੇ ਵਰਗ ਦੇ ਲੋਕ ਜਿਹੜੇ ਸੀ ਉਹਨਾਂ ਨੇ ਬਹੁਤ ਮੈਸੇਜ ਭੇਜੇ ਉੱਪਰਲੇ ਦੋਹਾਂ ਵਰਗਾਂ ਦੇ ਲੋਕਾਂ ਨੂੰ। 1 ਮਹੀਨੇ ਦਾ ਸਮਾਂ ਜਿਹੜਾ ਸੀ ਉਹ ਬੀਤ ਗਿਆ, ਉਹ ਵਿਚਾਰੇ ਮੈਸੇਜ ਭੇਜਦੇ ਰਹੇ, ਪਰੰਤੂ ਪਹਿਲੇ ਤੇ ਦੂਸਰੇ ਵਰਗ ਦੇ ਲੋਕਾਂ ਨੇ, ਪ੍ਰਤੀਨਿਧੀਆਂ ਨੇ ਕੋਈ ਜਵਾਬ ਨਹੀਂ ਦਿੱਤਾ। 10 ਜੂਨ ਨੂੰ ਤੀਸਰੇ ਵਰਗ ਦੇ ਨੇਤਾ ਐਬੇਸੀਏ ਨੇ ਸੁਝਾਅ ਦਿੱਤਾ ਕਿ ਹੁਣ ਰਾਸ਼ਟਰੀ ਕਾਰਜ ਵਿੱਚ ਕੋਈ ਦੇਰ ਨਹੀਂ ਹੋਣੀ ਚਾਹੀਦੀ ਅਤੇ ਸਾਨੂੰ ਮਹੱਤਵਪੂਰਨ ਫੈਸਲੇ ਜਲਦੀ ਤੋਂ ਜਲਦੀ ਲੈਣੇ ਚਾਹੀਦੇ ਆ ਅਤੇ ਪਹਿਲੇ ਦੋਨੇ ਵਰਗਾਂ ਨੂੰ ਇਕੱਠੇ ਹੋਣ ਲਈ ਆਖਰੀ ਵਾਰੀ ਆਪਾਂ ਉਹਨਾਂ ਨੂੰ ਇੱਕ ਵਾਰ ਇਨਵੀਟੇਸ਼ਨ ਭੇਜ ਦਿੰਦੇ ਹਾਂ। ਜੇ ਤਾਂ ਆ ਗਏ ਠੀਕ ਆ, ਜੇ ਨਹੀਂ ਆਏ ਫਿਰ ਆਪਾਂ ਆਪਣਾ ਕੰਮ ਜਿਹੜਾ ਉਹ ਸ਼ੁਰੂ ਕਰ ਦੇਣਾ।
ਇਸ ਤਰ੍ਹਾਂ ਦੇ ਨਾਲ 12 ਜੂਨ ਨੂੰ ਪਹਿਲੇ ਦੋਹਾਂ ਵਰਗਾਂ ਨੂੰ ਆਖਰੀ ਵਾਰੀ ਸੱਦਾ ਜਿਹੜਾ ਸੀ ਉਹ ਭੇਜਿਆ ਗਿਆ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਹੁਣ ਅਸੀਂ ਉਹਨਾਂ ਨੂੰ ਕੋਈ ਇਨਵੀਟੇਸ਼ਨ ਨਹੀਂ ਭੇਜਣਾ ਕਿ ਤੁਸੀਂ ਸਾਡੇ ਨਾਲ ਆ ਕੇ ਬੈਠ ਕੇ ਮੀਟਿੰਗ ਕਰੋ, ਸਾਡੇ ਨਾਲ ਕੋਈ ਸਲਾਹ ਮਸ਼ਵਰਾ ਕਰੋ। ਸੋ ਇਹਨਾਂ ਨੇ ਹੁਣ ਆਪਣਾ ਫੈਸਲਾ ਜਿਹੜਾ ਸੀ ਉਹ ਕਰ ਲਿਆ ਕਿ ਅਸੀਂ ਹੁਣ ਕੀ ਕਰਨਾ। ਤੀਸਰੇ ਵਰਗ ਨੇ ਰਾਸ਼ਟਰੀ ਸਭਾ ਦੀ ਸਥਾਪਨਾ। ਨੈਕਸਟ ਪੁਆਇੰਟ ਹੈ 15 ਜੂਨ ਨੂੰ ਕੋਈ ਪਹਿਲੇ ਵਰਗ ਦੇ ਵਿੱਚੋਂ 12 ਪਾਦਰੀ ਜਿਹੜੇ ਸੀ ਉਹ ਇਕੱਠੇ ਹੋ ਕੇ ਆ ਗਏ ਅਤੇ ਤੀਸਰੇ ਵਰਗ ਦੇ ਨਾਲ ਆ ਕੇ ਰਲ ਗਏ। 17 ਜੂਨ ਨੂੰ ਤੀਸਰੇ ਵਰਗ ਦੇ ਇੱਕ ਪ੍ਰਤੀਨਿਧੀ ਲੌਰਨ ਨੇ ਪ੍ਰਸਤਾਵ ਪੇਸ਼ ਕੀਤਾ ਕਿ ਤੀਸਰੇ ਵਰਗ ਦੇ ਪ੍ਰਤੀਨਿਧੀਆਂ ਨੂੰ ਆਪਣੀ ਇੱਕ ਸਭਾ ਜਿਹੜੀ ਹੈ ਬਣਾ ਲੈਣੀ ਚਾਹੀਦੀ ਹੈ, ਜਿਸ ਨੂੰ ਰਾਸ਼ਟਰੀ ਸਭਾ ਦਾ ਨਾਮ ਦਿੱਤਾ ਜਾਣਾ ਚਾਹੀਦਾ ਹੈ। ਇਸ ਵਾਸਤੇ ਸਾਨੂੰ ਬਾਦਸ਼ਾਹ ਦੀ ਪ੍ਰਵਾਨਗੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਅਤੇ ਇਸ ਫੈਸਲੇ ਦੇ ਨਾਲ ਸਧਾਰਨ ਵਰਗ ਨੇ ਰਾਸ਼ਟਰੀ ਸਭਾ ਦੀ ਉਪਾਧੀ ਧਾਰਨ ਕਰ ਲਈ ਅਤੇ ਆਪਣੇ ਆਪ ਇਹਨਾਂ ਨੇ ਸ਼ਕਤੀ ਜਿਹੜੀ ਸੀ ਉਹ ਪ੍ਰਾਪਤ ਕਰ ਲਈ। ਉਸ ਤੋਂ ਬਾਅਦ ਹੈ 23 ਜੂਨ ਦਾ ਸ਼ਾਹੀ ਸਮਾਗਮ। ਸ਼ਾਹੀ ਸਮਾਗਮ ਉਹ ਹੁੰਦਾ ਹੈ ਜਿਹਦੇ ਵਿੱਚ ਸਮਰਾਟ ਆਪ ਸ਼ਾਮਿਲ ਹੁੰਦਾ ਹੈ। ਰਾਜਸੀ ਸ਼ਕਤੀ ਨੂੰ ਹੁਣ ਦੇਖੋ ਲੂਈ 16ਵੇਂ ਨੂੰ ਪਤਾ ਲੱਗ ਗਿਆ ਕਿ ਤੀਸਰੇ ਵਰਗ ਦੇ ਲੋਕਾਂ ਨੇ ਇਕੱਠੇ ਹੋ ਕੇ ਜਿਹੜਾ ਸੀ ਉਹ ਆਪਣੇ ਆਪ ਹੀ ਭਾਵ ਕਿ ਤੀਸਰੇ ਵਰਗ ਦੇ ਪ੍ਰਤੀਨਿਧੀਆਂ ਨੇ ਆਪਣੀ ਇੱਕ ਰਾਸ਼ਟਰੀ ਸਭਾ ਬਣਾ ਲਈ ਆ, ਉਹਨਾਂ ਨੇ ਸ਼ਕਤੀ ਵੀ ਧਾਰਨ ਕਰ ਲਈ ਆ। ਬਾਦਸ਼ਾਹ ਨੂੰ ਲੱਗਿਆ ਕਿ ਮੇਰੀ ਜਿਹੜੀ ਪਾਵਰ ਹੈ ਉਹ ਖਤਰੇ ਦੇ ਵਿੱਚ ਹੈ, ਇਸ ਕਰਕੇ ਉਹਨੇ 23 ਜੂਨ ਨੂੰ ਸ਼ਾਹੀ ਸਮਾਗਮ ਬੁਲਾਉਣ ਦਾ ਨਿਸ਼ਚਾ ਕੀਤਾ। 23 ਜੂਨ ਨੂੰ ਤਿੰਨੋਂ ਵਰਗ ਦੇ ਪ੍ਰਤੀਨਿਧੀ ਜਿਹੜੇ ਸੀ ਉਹ ਸ਼ਾਹੀ ਭਵਨ ਦੇ ਵਿੱਚ ਆਪਣੇ ਆਪਣੇ ਸਥਾਨਾਂ ਦੇ ਉੱਤੇ ਇਕੱਠੇ ਹੋਏ, ਹਾਜ਼ਰ ਹੋਏ। ਉਹ ਸਮਰਾਟ ਦੇ ਸਾਹਮਣੇ ਪੇਸ਼ ਹੋਏ। ਸਭਾ ਸਾਹਮਣੇ ਬਾਦਸ਼ਾਹ ਨੇ ਪਹਿਲਾਂ ਭਾਸ਼ਣ ਦਿੱਤਾ। ਥੋੜ੍ਹੇ ਜਿਹੇ ਉਹਨੇ ਸੁਧਾਰਾਂ ਦਾ ਐਲਾਨ ਕੀਤਾ ਕਿ ਅਸੀਂ ਫਰਾਂਸ ਵਿੱਚ ਥੋੜ੍ਹੇ ਜਿਹੜੇ ਉਹ ਸੁਧਾਰ ਕਰਾਂਗੇ। ਉਸ ਤੋਂ ਬਾਅਦ ਉਹਨੇ ਤਾਨਾਸ਼ਾਹੀ ਲਹਿਜੇ ਦੇ ਵਿੱਚ ਕਿਹਾ ਲੂਈ 16ਵੇਂ ਨੇ ਕਿ ਅੱਗੋਂ ਤੋਂ ਤਿੰਨਾਂ ਵਰਗਾਂ ਦੀ ਅਲੱਗ-ਅਲੱਗ ਭਵਨਾਂ ਦੇ ਵਿੱਚ ਮੀਟਿੰਗ ਹੋਇਆ ਕਰੇਗੀ, ਇਕੱਠੀ ਮੀਟਿੰਗ ਕਿਸੇ ਦੀ ਨਹੀਂ ਹੋਣੀ ਅਤੇ ਪੁਰਾਣੀ ਪਰੰਪਰਾ ਹੀ ਚੱਲਦੀ ਰਹੇਗੀ। ਇਹ ਗੱਲ ਕਿਹਨੂੰ ਕਹੀ ਗਈ ਸੀ? ਇਹ ਗੱਲ ਤੀਸਰੇ ਵਰਗ ਨੂੰ ਸੁਣਾਈ ਗਈ ਸੀਗੀ, ਕਿਉਂਕਿ ਤੀਸਰੇ ਵਰਗ ਦੇ ਮੈਂਬਰ ਹੀ ਚਾਹੁੰਦੇ ਸੀਗੇ ਕਿ ਦੂਜੇ ਦੋ ਵਰਗਾਂ ਦੇ ਲੋਕ ਵੀ ਉਹਨਾਂ ਦੇ ਨਾਲ ਇਕੱਠੇ ਹੋ ਕੇ ਬੈਠਣ। ਉਸ ਤੋਂ ਬਾਅਦ ਸਮਰਾਟ ਲੂਈ 16ਵੇਂ ਨੂੰ ਇਹ ਵੀ ਪਤਾ ਸੀ ਕਿ ਤੀਸਰੇ ਵਰਗ ਨੇ ਆਪਣੀ ਇੱਕ ਰਾਸ਼ਟਰੀ ਸਭਾ ਬਣਾ ਲਈ ਆ, ਜਿਸ ਕਰਕੇ ਲੂਈ 16ਵੇਂ ਨੇ ਰਾਸ਼ਟਰੀ ਸਭਾ ਨੂੰ ਗੈਰ ਕਾਨੂੰਨੀ ਅਤੇ ਅਸੰਵਿਧਾਨਕ ਕਹਿ ਕੇ ਜਿਹੜਾ ਸੀ ਉਸ ਨੂੰ ਨਕਾਰ ਦਿੱਤਾ, ਭਾਵ ਕਿ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਅਤੇ ਬਾਦਸ਼ਾਹ ਉਸ ਤੋਂ ਬਾਅਦ ਸਭਾ ਭਵਨ ਵਿੱਚੋਂ ਉੱਠ ਕੇ ਚਲਾ ਗਿਆ। ਉਸ ਦੇ ਮਗਰ ਕੁਲੀਨ ਵਰਗ ਅਤੇ ਕੁਝ ਪਾਦਰੀ ਵੀ ਚਲੇ ਗਏ। ਥੋੜ੍ਹੀ ਦੇਰ ਬਾਅਦ ਇੱਕ ਅਧਿਕਾਰੀ ਨੇ ਤੀਸਰੇ ਵਰਗ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਬਾਦਸ਼ਾਹ ਤਾਂ ਚਲਾ ਗਿਆ ਹੈ ਅਤੇ ਪਹਿਲੇ ਅਤੇ ਦੂਸਰੇ ਵਰਗ ਦੇ ਲੋਕ ਵੀ ਉੱਠ ਕੇ ਚਲੇ ਗਏ ਹਨ ਅਤੇ ਹੁਣ ਤੀਸਰੇ ਵਰਗ ਦੇ ਲੋਕਾਂ ਨੂੰ ਵੀ ਜਿਹੜਾ ਹੈ ਉਹ ਚਲੇ ਜਾਣਾ ਚਾਹੀਦਾ ਹੈ ਦਰਬਾਰ ਦੇ ਵਿੱਚੋਂ ਉੱਠ ਕੇ। ਤੀਸਰੇ ਵਰਗ ਦੇ ਇੱਕ ਨੇਤਾ ਬੇਲੀ ਨੇ ਕਿਹਾ ਕਿ ਅਸੀਂ ਸਮਰਾਟ ਦਾ ਹੁਕਮ ਨਹੀਂ ਮੰਨਦੇ ਅਤੇ ਮਿਰਾਬੋ ਨਾਮਕ ਇੱਕ ਹੋਰ ਨੇਤਾ ਨੇ ਸਾਹਸ ਭਰੇ ਸ਼ਬਦਾਂ ਵਿੱਚ ਗਰਜ ਕੇ ਕਿਹਾ ਕਿ ਜਾਓ, ਅਸੀਂ ਨਹੀਂ ਇੱਥੋਂ ਉੱਠ ਕੇ ਜਾਂਦੇ, ਕਿਉਂਕਿ ਇਹ ਸਾਨੂੰ ਜਨਤਾ ਨੇ ਚੁਣ ਕੇ ਭੇਜਿਆ, ਅਸੀਂ ਜਨਤਾ ਦੇ ਫੈਸਲੇ ਦੇ ਮੁਤਾਬਕ ਇੱਥੇ ਆਏ ਹਾਂ, ਸਾਨੂੰ ਜਨਤਾ ਨੇ ਹੱਕ ਦੇ ਕੇ ਭੇਜਿਆ ਕਿ ਅਸੀਂ ਸਮਰਾਟ ਕੋਲੋਂ ਸਵਾਲ ਪੁੱਛ ਸਕਦੇ ਹਾਂ। ਜਾਓ, ਆਪਣੇ ਮਾਲਕ ਨੂੰ ਕਹਿ ਦਿਓ ਕਿ ਅਸੀਂ ਇੱਥੇ ਲੋਕਾਂ ਦੀ ਇੱਛਾ ਨਾਲ ਬੈਠੇ ਹਾਂ, ਸਾਨੂੰ ਜੇ ਇੱਥੋਂ ਉਠਾਉਣਾ ਤਾਂ ਫਿਰ ਤੁਸੀਂ ਸ਼ਕਤੀ ਦੇ ਨਾਲ ਉਠਾ ਸਕਦੇ ਹੋ, ਨਹੀਂ ਤਾਂ ਅਸੀਂ ਨਹੀਂ ਉੱਠਦੇ ਇੱਥੋਂ। ਉਸ ਤੋਂ ਬਾਅਦ ਹੈ ਤਿੰਨਾਂ ਵਰਗਾਂ ਦੀ ਏਕਤਾ। ਰਾਜੇ ਨੇ ਮਜਬੂਰ ਹੋ ਕੇ, ਰਾਜੇ ਨੂੰ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਤੀਸਰੇ ਵਰਗ ਦੇ ਲੋਕ ਹੈ ਜਿਹੜੇ ਉਹ ਆਪਣੀ ਜਿੱਦ 'ਤੇ ਅੜੇ ਹੋਏ ਆ। 27 ਜੂਨ ਨੂੰ ਉਸਨੇ ਇੱਕ ਐਲਾਨ ਕੀਤਾ ਕਿ ਤਿੰਨੋਂ ਵਰਗ ਇਕੱਠੇ ਬੈਠ ਕੇ ਮੀਟਿੰਗ ਕਰਨਗੇ, ਉਹਦੇ ਵਿੱਚ ਫੈਸਲੇ ਕਰਨਗੇ। ਉੱਚ ਵਰਗ ਦੇ ਬਾਕੀ ਪ੍ਰਤੀਨਿਧੀਆਂ ਨੂੰ ਉਸਨੇ ਲਿਖਤੀ ਰੂਪ ਵਿੱਚ ਆਦੇਸ਼ ਦਿੱਤਾ ਕਿ ਤੁਹਾਨੂੰ ਤੀਸਰੇ ਵਰਗ ਦੇ ਨਾਲ ਮਿਲ ਕੇ ਜਿਹੜੀ ਹੈ ਉਹ ਸਭਾ ਕਰਨੀ ਪਏਗੀ, ਬੈਠ ਕੇ ਫੈਸਲੇ ਕਰਨੇ ਪੈਣਗੇ। ਸਿੱਟੇ ਵਜੋਂ 30 ਜੂਨ ਨੂੰ ਉੱਚ ਵਰਗ ਦੇ ਪ੍ਰਤੀਨਿਧੀਆਂ ਨੇ ਸਭਾ ਭਵਨ ਦੇ ਵਿੱਚ ਪ੍ਰਵੇਸ਼ ਕੀਤਾ ਅਤੇ ਹੁਣ ਤਿੰਨੋਂ ਵਰਗ ਜਦੋਂ ਇਕੱਠੇ ਹੋ ਗਏ, ਇਸ ਤਰ੍ਹਾਂ ਦੇ ਨਾਲ ਇਹ ਤੀਸਰੇ ਵਰਗ ਦੀ ਨਿਰਸੰਦੇਹ ਇੱਕ ਮਹਾਨ ਸਫਲਤਾ ਸੀ। ਉਹਨਾਂ ਨੇ ਆਪਣੀ ਗੱਲ ਜਿਹੜੀ ਸੀ ਉਹ ਲੂਈ 16ਵੇਂ ਤੋਂ ਫਰਾਂਸ ਦੇ ਸਮਰਾਟ ਤੋਂ ਮਨਵਾ ਲਈ। ਉਸ ਤੋਂ ਬਾਅਦ ਹੈ ਬਾਦਸ਼ਾਹ ਵੱਲੋਂ ਫੌਜ ਨੂੰ ਬੁਲਾਉਣਾ ਅਤੇ ਨੇਕਰ ਨੂੰ ਹਟਾਉਣਾ। ਲੂਈ 16ਵੇਂ ਦਾ ਰਾਸ਼ਟਰੀ ਸਭਾ ਦੇ ਅੱਗੇ ਜਿਵੇਂ ਝੁਕ ਗਿਆ। ਅਸਲ ਵਿੱਚ ਲੂਈ 16ਵਾਂ ਜਿਹੜਾ ਸੀ ਉਹ ਤਾਂ ਸਿਰਫ ਦਿਖਾਵਾ ਕਰ ਰਿਹਾ ਸੀ ਝੁਕਣ ਦਾ ਕਿ ਮੈਂ ਤੁਹਾਡੀ ਗੱਲ ਮੰਨ ਲਈ ਆ, ਮੈਂ ਉੱਪਰਲੇ ਦੋ ਵਰਗਾਂ ਨੂੰ ਵੀ ਤੁਹਾਡੇ ਨਾਲ ਮੀਟਿੰਗ ਕਰਨ ਲਈ ਕਹਿ ਦਿੱਤਾ। ਅਜੇ ਤੱਕ ਜਿਹੜਾ ਸੀ ਉਹ ਆਪਣੇ ਦਰਬਾਰੀਆਂ ਦੇ ਨਾਲ ਮਿਲ ਕੇ ਕੁਲੀਨਾਂ ਦੇ ਪ੍ਰਭਾਵ ਵਿੱਚ ਆ ਕੇ ਉਹ ਇਸ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਿਹਾ ਸੀਗਾ ਕਿ ਕਿਸੇ ਤਰ੍ਹਾਂ ਤੀਸਰੇ ਵਰਗ ਦੇ ਲੋਕਾਂ ਨੂੰ ਕੰਟਰੋਲ ਵਿੱਚ ਕੀਤਾ ਜਾਵੇ। ਪੈਰਿਸ ਦੇ ਵਿੱਚ ਜਿਹੜੀ ਗੜਬੜ ਹੋ ਰਹੀ ਸੀਗੀ ਉਸ ਨੂੰ ਜਾਣਬੁੱਝ ਕੇ ਦਬਾਉਣ ਦੇ ਬਹਾਨੇ ਬਾਦਸ਼ਾਹ ਨੇ ਕੋਈ 20,000 ਸਵਿਟਜ਼ਰਲੈਂਡ ਦੇ ਅਤੇ ਜਰਮਨ ਦੇ ਸੈਨਿਕ ਜਿਹੜੇ ਸੀ ਉਹ ਫਰਾਂਸ ਦੇ ਵਿੱਚ ਬੁਲਾ ਲਏ ਅਤੇ ਪੈਰਿਸ ਤੋਂ ਵਰਸਾਏ ਨੂੰ, ਪੈਰਿਸ ਜਿਹੜੀ ਫਰਾਂਸ ਦੀ ਰਾਜਧਾਨੀ, ਅਤੇ ਪੈਰਿਸ ਤੋਂ ਵਰਸਾਏ ਵਿੱਚ ਜਿਹੜਾ ਸੀ ਉਹ ਮਹਿਲ ਸੀਗਾ ਲੂਈ 16ਵੇਂ ਦਾ, ਇਸ ਕਰਕੇ ਪੈਰਿਸ ਤੋਂ ਵਰਸਾਏ ਜਾਣ ਵਾਲੇ ਰਸਤੇ ਦੇ ਉੱਤੇ ਸਾਰੇ ਫੌਜੀਆਂ ਨੂੰ ਤੈਨਾਤ ਕਰ ਦਿੱਤਾ ਗਿਆ। ਜਲਦੀ ਹੀ ਸਾਰੇ ਆਲੇ ਦੁਆਲੇ ਖਬਰ ਫੈਲ ਗਈ ਕਿ ਬਾਦਸ਼ਾਹ ਹੈ ਜਿਹੜਾ ਉਹ ਰਾਸ਼ਟਰੀ ਸਭਾ ਨੂੰ ਖਤਮ ਕਰਨ ਲਈ ਇਹ ਸਾਰਾ ਕੁਝ ਕਰ ਰਿਹਾ, ਭਾਵ ਕਿ ਆਮ ਲੋਕਾਂ ਦੇ ਵਿੱਚ ਗੱਲ ਫੈਲ ਗਈ ਕਿ ਨੈਚੁਰਲ ਗੱਲ ਆ ਕਿ ਜਿਹੜਾ ਬਾਦਸ਼ਾਹ ਹੈ ਉਹ ਕਿਵੇਂ ਚਾਹੂਗਾ ਕਿ ਮੇਰੀ ਪਾਵਰ ਹੈ ਜਿਹੜੀ ਮੇਰੀ ਸੱਤਾ ਉਹ ਚਲੇ ਜਾਵੇ, ਉਹ ਸੱਤਾ ਨੂੰ ਬਚਾਉਣ ਲਈ ਕੁਝ ਨਾ ਕੁਝ ਤਾਂ ਕਰੂਗਾ ਹੀ, ਇਸ ਕਰਕੇ ਉਹਨੇ ਸੈਨਾ ਬੁਲਾ ਲਈ।
ਤੇ ਸਾਰੇ ਪਾਸੇ ਲੋਕਾਂ ਵਿੱਚ ਇਹ ਜਿਹੜੀ ਸੀ ਗੱਲ ਫੈਲ ਗਈ ਕਿ ਉਸਨੇ ਜਿਹੜੇ ਸੈਨਿਕ ਹਨ ਉਹ ਇਸ ਕਰਕੇ ਬੁਲਾਏ ਹਨ ਕਿ ਉਹ ਰਾਸ਼ਟਰੀ ਸਭਾ ਨੂੰ ਖਤਮ ਕਰਨਾ ਚਾਹੁੰਦਾ ਹੈ ਤੇ ਤੀਸਰੇ ਵਰਗ ਦੇ ਪ੍ਰਤੀਨਿਧੀਆਂ ਨੂੰ ਕੈਦ ਕਰਕੇ ਉਹ ਜੇਲ੍ਹ ਵਿੱਚ ਸੁੱਟ ਦੇਵੇਗਾ। 11 ਜੁਲਾਈ ਨੂੰ ਲੂਈ 16ਵੇਂ ਨੇ ਨੇਕਰ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ। ਉਸ ਨੂੰ ਦੇਸ਼ ਵਿੱਚੋਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ। ਨੇਕਰ ਜਿਹੜਾ ਸੀ ਫਰਾਂਸ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰਾ ਸੀ, ਲੋਕ ਉਸ ਨੂੰ ਬਹੁਤ ਪਸੰਦ ਕਰਦੇ ਸੀਗੇ। ਜਦੋਂ ਉਸ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਲੋਕਾਂ ਨੂੰ ਹੋਰ ਵੀ ਜ਼ਿਆਦਾ ਜਿਹੜਾ ਸੀ ਉਹ ਸਮਰਾਟ ਦੇ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਤੈਨਾਤ ਵਿਦੇਸ਼ੀ ਸੈਨਿਕਾਂ ਦੇ ਇਕੱਠ ਕਰਕੇ ਪੈਰਿਸ ਦੇ ਲੋਕ ਜਿਹੜੇ ਸੀ ਉਹ ਤਾਂ ਪਹਿਲਾਂ ਹੀ ਡਰੇ ਹੋਏ ਸੀਗੇ। ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੇ ਉੱਤੇ ਨਾ ਹਮਲਾ ਹੋ ਜਾਵੇ। ਨੇਕਰ ਦੀ ਜਦੋਂ ਹਟਾਉਣ ਦੀ ਖਬਰ ਆ ਗਈ ਤਾਂ ਲੋਕ ਜਿਹੜੇ ਸੀ ਹੋਰ ਵੀ ਜ਼ਿਆਦਾ ਭੜਕ ਗਏ। ਇਸ ਤਰ੍ਹਾਂ ਦੇ ਵਾਤਾਵਰਣ ਦੇ ਵਿੱਚ ਹੁਣ ਕੈਮਿਲੇ ਦੇਸਮੋਲਿਨਜ਼ ਨਾਮਕ ਇੱਕ ਪੱਤਰਕਾਰ ਨੇ ਆਪਣੇ ਜੋਸ਼ੀਲੇ ਭਾਸ਼ਣ ਰਾਹੀਂ ਪੈਰਿਸ ਵਾਸੀਆਂ ਨੂੰ ਬਾਦਸ਼ਾਹ ਦੇ ਵਿਰੁੱਧ ਭੜਕਾ ਦਿੱਤਾ ਕਿ ਬਾਦਸ਼ਾਹ ਹੈ ਜਿਹੜਾ ਉਹ ਆਮ ਲੋਕਾਂ ਨੂੰ ਖਤਮ ਕਰਕੇ ਤੇ ਤੀਸਰੇ ਵਰਗ ਦੇ ਲੋਕਾਂ ਨੂੰ ਖਤਮ ਕਰਕੇ ਆਪਣੀ ਸੱਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੇ ਭਾਸ਼ਣ ਤੋਂ ਭੜ ਕੇ ਪੈਰਿਸ ਦੇ ਹਜ਼ਾਰਾਂ ਲੋਕ ਇਕੱਠੇ ਹੋ ਗਏ, ਭੀੜ ਇਕੱਠੀ ਹੋ ਗਈ ਤੇ ਇਸ ਪੱਤਰਕਾਰ ਦੇ ਮਗਰ ਕੈਮਿਲੇ ਦੇ ਮਗਰ ਜਿਹੜੀ ਸੀ ਇਹ ਸਾਰੀ ਭੀੜ ਚੱਲ ਪਈ। ਰਸ ਦੇ ਵਿੱਚ ਉਹਨਾਂ ਨੂੰ ਜਿੱਥੇ ਵੀ ਹਥਿਆਰਾਂ ਦੀਆਂ ਦੁਕਾਨਾਂ ਮਿਲੀਆਂ ਉੱਥੋਂ ਹਥਿਆਰ ਜਿਹੜੇ ਸੀ ਉਹ ਇਕੱਠੇ ਕਰਦੇ ਗਏ। ਉਸ ਤੋਂ ਬਾਅਦ ਨੈਕਸਟ ਹੈ ਬਾਸਤੀਲ ਦਾ ਪਤਨ 14 ਜੁਲਾਈ 1799 ਈਸਵੀ ਨੂੰ। ਸਟੇਟਸ ਜਨਰਲ ਦਾ ਸਾਰਾ ਟੌਪਿਕ ਜਿਹੜਾ ਉਹ ਕੰਪਲੀਟ ਹੋ ਗਿਆ। ਹੁਣ ਆਪਾਂ ਕਰਦੇ ਹਾਂ ਬਾਸਤੀਲ ਦਾ ਪਤਨ। ਬਾਸਤੀਲ ਕੀ ਸੀ? 14 ਜੁਲਾਈ 1799 ਈਸਵੀ ਨੂੰ ਫਰਾਂਸ ਦੀ ਕ੍ਰਾਂਤੀ ਸੰਬੰਧੀ ਇੱਕ ਮਹੱਤਵਪੂਰਨ ਘਟਨਾ ਵਾਪਰੀ ਜਿਸ ਨੂੰ ਬਾਸਤੀਲ ਦਾ ਪਤਨ ਕਿਹਾ ਜਾਂਦਾ ਹੈ। ਬਾਸਤੀਲ ਕੀ ਸੀ? ਪੈਰਿਸ ਦੇ ਪੂਰਬ ਵਿੱਚ ਸਥਿਤ ਇੱਕ ਪੁਰਾਣਾ ਕਿਲ੍ਹਾ ਸੀ, ਉਸ ਨੂੰ ਬਾਸਤੀਲ ਕਿਹਾ ਜਾਂਦਾ ਸੀਗਾ। ਇਸ ਦੀ ਉਸਾਰੀ 1383 ਈਸਵੀ ਵਿੱਚ ਹੋਈ ਸੀ। ਰੈਸ਼ਲਿਊ ਦੇ ਸਮੇਂ ਤੋਂ, ਰੈਸ਼ਲਿਊ ਜਿਹੜਾ ਸੀ ਉਹ ਫਰਾਂਸ ਦਾ ਸਮਰਾਟ ਸੀ, ਉਸ ਦੇ ਸਮੇਂ ਤੋਂ ਇਸ ਦੀ ਵਰਤੋਂ ਕਾਹਦੇ ਵਾਸਤੇ ਕੀਤੀ ਜਾਂਦੀ ਸੀ? ਕੈਦੀਆਂ ਨੂੰ ਰੱਖਣ ਵਾਸਤੇ ਇਸ ਕਿਲ੍ਹੇ ਦੀ ਵਰਤੋਂ ਕੀਤੀ ਜਾਂਦੀ ਸੀ। ਸੋ ਯਾਦ ਰੱਖਿਓ ਬਾਸਤੀਲ ਇੱਕ ਕਿਲ੍ਹੇ ਦਾ ਨਾਮ ਸੀ ਤੇ ਇਸ ਦੀ ਵਰਤੋਂ ਫਰਾਂਸ ਵਿੱਚ ਪੈਰਿਸ ਵਿੱਚ ਕੈਦੀਆਂ ਨੂੰ ਰੱਖਣ ਵਾਸਤੇ ਕੀਤੀ ਜਾਂਦੀ ਸੀ। ਬਾਸਤੀਲ ਦਾ ਗਵਰਨਰ ਜਿਹੜਾ ਸੀ ਉਸ ਦਾ ਨਾਮ ਸੀ ਦਾਲਾਨੇ। ਦਾਲਾਨੇ ਨੂੰ ਗਵਰਨਰ ਨੂੰ ਭਾਵ ਕਿ ਕਿਲ੍ਹੇ ਦਾ ਜਿਹੜਾ ਗਵਰਨਰ ਸੀ ਉਸ ਨੂੰ ਖਬਰ ਮਿਲ ਗਈ ਕਿ ਪੈਰਿਸ ਵਿੱਚ ਬਹੁਤ ਵੱਡੀ ਭੀੜ ਹੈ ਜਿਹੜੀ ਉਹ ਇਕੱਠੀ ਹੋ ਗਈ ਹੈ ਤੇ ਸਾਰੇ ਬਾਸਤੀਲ ਦੇ ਕਿਲ੍ਹੇ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਆ ਤੇ ਜਿਸ ਕਰਕੇ ਲੋਕਾਂ ਦੀ ਭੀੜ ਜਦੋਂ ਕਿਲ੍ਹੇ ਵੱਲ ਵਧਣੀ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਕਿਲ੍ਹੇ ਦੇ ਗਵਰਨਰ ਦਾਲਾਨੇ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਲਗਭਗ 2 ਘੰਟੇ ਗੋਲੀਬਾਰੀ ਚੱਲਦੀ ਰਹੀ। ਉਸ ਤੋਂ ਬਾਅਦ ਕਿਲ੍ਹੇ ਦੇ ਗਵਰਨਰ ਦਾਲਾਨੇ ਨੇ ਹਥਿਆਰ ਸੁੱਟ ਦਿੱਤੇ। ਹੈਮਸਨ ਦੇ ਅਨੁਸਾਰ ਦਾਲਾਨੇ ਦੇ ਅੰਗ ਰੱਖਿਅਕਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ। ਹਮਲਾ ਕਰਨ ਵਾਲਿਆਂ ਦੀ ਭੀੜ ਵਿੱਚੋਂ ਵੀ 98 ਵਿਅਕਤੀ ਮਾਰੇ ਗਏ ਤੇ 73 ਜ਼ਖਮੀ ਹੋ ਗਏ। ਉਸ ਤੋਂ ਬਾਅਦ ਸਾਰੀ ਭੀੜ ਜਿਹੜੀ ਸੀ ਕਿਲ੍ਹੇ ਦੇ ਅੰਦਰ ਦਾਖਲ ਹੋ ਗਈ ਅਤੇ ਉਹਨਾਂ ਨੇ ਕਿਲ੍ਹੇ ਦੇ ਵਿੱਚ ਜਿੰਨੇ ਵੀ ਕੈਦੀ ਸੀਗੇ ਸਾਰਿਆਂ ਨੂੰ ਆਜ਼ਾਦ ਕਰ ਦਿੱਤਾ। ਦਾਲਾਨੇ ਜਿਹੜਾ ਸੀ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਉਸ ਨੇ ਭੀੜ ਦੇ ਉੱਤੇ ਜਦੋਂ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਤਾਂ ਭੀੜ ਨੇ ਜਿਹੜਾ ਸੀ ਦਾਲਾਨੇ ਦਾ ਕਤਲ ਕਰ ਦਿੱਤਾ। ਇਸ ਤਰ੍ਹਾਂ ਬਾਸਤੀਲ ਦਾ ਪਤਨ ਹੋ ਗਿਆ ਤੇ ਕ੍ਰਾਂਤੀ ਨੇ ਹਿੰਸਕ ਰੂਪ ਜਿਹੜਾ ਸੀ ਉਹ ਧਾਰਨ ਕਰ ਲਿਆ। ਜਦੋਂ ਬਾਦਸ਼ਾਹ ਨੂੰ ਇਸ ਸਾਰੀ ਘਟਨਾ ਦੀ ਖਬਰ ਮਿਲੀ ਤਾਂ 15 ਜੁਲਾਈ ਦੀ ਸਵੇਰ ਨੂੰ ਬਾਦਸ਼ਾਹ ਰਾਸ਼ਟਰੀ ਸਭਾ ਦੇ ਸਾਹਮਣੇ, ਰਾਸ਼ਟਰੀ ਸਭਾ ਉਹੀ ਜਿਹੜੀ ਕਿ ਤੀਸਰੇ ਵਰਗ ਨੇ ਬਣਾਈ ਸੀ, ਉਸ ਦੇ ਸਾਹਮਣੇ ਆਇਆ ਤੇ ਉਸਨੇ ਸਭਾ ਦੇ ਮੈਂਬਰਾਂ ਨੂੰ ਸ਼ਾਹੀ ਸੈਨਾ ਪੈਰਿਸ ਤੇ ਵਰਸਾਏ ਵਿੱਚੋਂ ਹਟਾਉਣ ਅਤੇ ਨੇਕਰ ਨੂੰ ਮੰਤਰੀ ਅਹੁਦੇ ਦੇ ਉੱਤੇ ਵਾਪਸ ਬੁਲਾਉਣ ਦਾ ਵਿਸ਼ਵਾਸ ਦਿਵਾਇਆ। ਉਸਨੇ ਕਿਹਾ ਕਿ ਮੈਂ ਜਿਹੜੀ ਸੈਨਾ ਬੁਲਾਈ ਹੋਈ ਆ ਸਵਿਟਜ਼ਰਲੈਂਡ ਤੇ ਜਰਮਨ ਤੋਂ, ਮੈਂ ਉਸ ਨੂੰ ਵਾਪਸ ਭੇਜ ਦਊਂਗਾ ਤੇ ਨੇਕਰ ਨੂੰ ਵੀ ਮੰਤਰੀ ਦੇ ਅਹੁਦੇ ਉੱਤੇ ਦੁਬਾਰਾ ਬਿਠਾ ਦੂੰਗਾ। 17 ਜੁਲਾਈ ਨੂੰ ਬਾਦਸ਼ਾਹ ਜਿਹੜਾ ਸੀ ਉਹ ਸਭਾ ਦੇ ਕੁਝ ਮੈਂਬਰਾਂ ਦੇ ਨਾਲ ਪੈਰਿਸ ਗਿਆ ਅਤੇ ਉਸਨੇ ਰਾਸ਼ਟਰੀ ਸਭਾ ਦੇ ਤਿਰੰਗੇ ਨੂੰ ਵੀ ਪ੍ਰਵਾਨ ਕਰ ਲਿਆ। ਇਹ ਦੂਜੀ ਵੱਡੀ ਜਿੱਤ ਹੋ ਗਈ ਰਾਸ਼ਟਰੀ ਸਭਾ ਦੀ। ਉਸਨੇ ਬੇਲੀ ਜਿਹੜਾ ਹੈ ਤੀਸਰੇ ਵਰਗ ਦਾ ਇੱਕ ਨੇਤਾ ਸੀ, ਉਸ ਨੂੰ ਪੈਰਿਸ ਦਾ ਮੇਅਰ ਬਣਾਤਾ। ਲਫਾਇਤੇ ਨੂੰ ਰਾਸ਼ਟਰੀ ਸੈਨਾ ਦਾ ਸੈਨਾਪਤੀ ਬਣਾਉਣਾ ਪ੍ਰਵਾਨ ਕਰ ਲਿਆ। ਇਸ ਪ੍ਰਕਾਰ ਰਾਜੇ ਨੇ ਲੋਕਾਂ ਦੀ ਉਸ ਕ੍ਰਾਂਤੀ ਨੂੰ ਆਸ਼ੀਰਵਾਦ ਦੇ ਦਿੱਤਾ ਜਿਸ ਦਾ ਮੋਢੀ ਬਣਨ ਦੇ ਵਿੱਚ ਉਹ ਅਸਫਲ ਰਿਹਾ ਸੀ। ਉਸ ਤੋਂ ਬਾਅਦ ਹੈ ਬਾਸਤੀਲ ਦੇ ਪਤਨ ਦਾ ਮਹੱਤਵ ਕੀ ਹੈ ਇਤਿਹਾਸ ਦੇ ਵਿੱਚ। ਬਾਸਤੀਲ ਦੇ ਕਿਲ੍ਹੇ ਦੇ ਪਤਨ ਨੂੰ ਫਰਾਂਸ ਦੇ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਘਟਨਾ ਮੰਨਿਆ ਜਾਂਦਾ। ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਫਰਾਂਸ ਵਿੱਚ ਰਾਜਤੰਤਰ ਦੀ ਭਿਆਨਕ ਹਾਰ ਹੋ ਗਈ ਅਤੇ ਆਜ਼ਾਦੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ। ਫਰਾਂਸ ਦੇ ਦੇਸ਼ ਭਗਤਾਂ ਨੇ ਇਸ ਦਿਨ ਨੂੰ ਆਜ਼ਾਦੀ ਦੇ ਪਹਿਲੇ ਸਾਲ ਦਾ ਪਹਿਲਾ ਦਿਨ ਦੱਸਿਆ ਹੈ। ਬਾਸਤੀਲ ਦੇ ਪਤਨ ਦੇ ਫਰਾਂਸ ਅਤੇ ਯੂਰਪ ਦੇ ਇਤਿਹਾਸ ਉੱਤੇ ਬਹੁਤ ਸਾਰੇ ਪ੍ਰਭਾਵ ਪਏ। ਪਹਿਲਾਂ ਆਪਾਂ ਪੜ੍ਹਾਂਗੇ ਕਿ ਫਰਾਂਸ ਦੇ ਉੱਤੇ ਕੀ ਪ੍ਰਭਾਵ ਪਏ। ਬਾਸਤੀਲ ਦੇ ਕਿਲ੍ਹੇ ਉੱਤੇ ਜਿੱਤ ਦੇ ਸਿੱਟੇ ਵਜੋਂ ਭੀੜ ਦਾ ਕ੍ਰਾਂਤੀ ਦੀ ਮਹੱਤਵਪੂਰਨ ਸ਼ਕਤੀ ਵਜੋਂ ਉਭਾਰ ਹੋਇਆ ਕਿ ਭੀੜ ਜਿਹੜੀ ਹੈ ਉਹ ਕ੍ਰਾਂਤੀ ਲਿਆ ਸਕਦੀ ਹੈ। ਇਹ ਚੀਜ਼ ਜਿਹੜੀ ਸੀ ਇਹ ਸਾਹਮਣੇ ਆ ਗਈ। ਭੀੜ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਭਰਿਆ ਸੀ। ਜੇਕਰ ਭੀੜ ਦਾ ਇੱਕ ਦੂਸਰੇ ਦੇ ਨਾਲ ਸਹਿਯੋਗ ਨਾ ਹੁੰਦਾ ਤਾਂ ਇਹ ਫਿਰ ਕ੍ਰਾਂਤੀ ਜਿਹੜੀ ਸੀ ਇਹ ਸਫਲ ਨਹੀਂ ਸੀ ਹੋ ਸਕਦੀ। ਦੂਸਰਾ, 14 ਜੁਲਾਈ ਦੀਆਂ ਹਿੰਸਕ ਕਾਰਵਾਈਆਂ ਤੋਂ ਲੂਈ 16ਵੇਂ ਨੂੰ ਯਕੀਨ ਹੋ ਗਿਆ ਕਿ ਉਹ ਲੋਕਾਂ ਦਾ ਵਿਰੋਧ ਹੁਣ ਨਹੀਂ ਦਬਾ ਸਕਦਾ, ਲੋਕਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਜਿਸ ਕਰਕੇ ਉਸ ਨੂੰ ਹੁਣ ਸਿਰਫ ਸੰਵਿਧਾਨਕ ਰਾਜੇ ਵਜੋਂ ਰਾਜ ਕਰਨਾ ਚਾਹੀਦਾ। ਇਸ ਕਰਕੇ ਉਹਨੇ ਇਹ ਚੀਜ਼ ਨੂੰ ਐਕਸੈਪਟ ਕਰ ਲਿਆ। ਤੀਸਰਾ, ਬਾਸਤੀਲ ਦੇ ਪਤਨ ਤੋਂ ਬਾਅਦ ਸਾਰੇ ਦੇਸ਼ ਵਿੱਚ ਅਸ਼ਾਂਤੀ ਤੇ ਅਵਿਵਸਥਾ ਫੈਲ ਗਈ। ਲੋਕਾਂ ਨੇ ਟੈਕਸ ਦੇਣੇ ਬੰਦ ਕਰਤੇ, ਸ਼ਾਸਨ ਪ੍ਰਬੰਧ ਖਰਾਬ ਹੋ ਗਿਆ, ਚਾਰੇ ਪਾਸੇ ਗੜਬੜ ਤੇ ਅਰਾਜਕਤਾ ਫੈਲ ਹੋ ਗਈ।
ਫੈਲ ਗਈ। ਚੌਥਾ ਕੀ ਆ, ਬਾਸਤੀਲ ਦੇ ਪਤਨ ਤੋਂ ਬਾਅਦ ਪੈਰਿਸ ਦੇ ਲੋਕਾਂ ਨੇ ਚੋਣ ਕਰਕੇ ਨਵੀਂ ਸਥਾਨਕ ਸਰਕਾਰ ਦਾ ਆਪਣੇ ਆਪ ਨਿਰਮਾਣ ਕਰ ਲਿਆ ਅਤੇ ਛੇਤੀ ਹੀ ਫਰਾਂਸ ਦੇ ਦੂਜੇ ਪ੍ਰਾਂਤਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮਿਊਨਿਸਪਲ ਸਰਕਾਰਾਂ ਜਿਹੜੀਆਂ ਸੀ ਉਹ ਕਾਇਮ ਹੋ ਗਈਆਂ। ਪੰਜਵਾਂ ਕੀ, ਰਾਜ ਦਰਬਾਰ ਵੱਲੋਂ ਹਮਲਿਆਂ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਸ਼ਾਂਤੀ ਵਿਵਸਥਾ ਕਾਇਮ ਰੱਖਣ ਵਾਸਤੇ ਇੱਕ ਨਵੀਂ ਸੈਨਾ ਦਾ ਸੰਗਠਨ ਕੀਤਾ ਗਿਆ ਸੀ, ਜਿਸ ਦਾ ਨਾਮ ਰਾਸ਼ਟਰੀ ਫੌਜ ਰੱਖਿਆ ਗਿਆ, ਨੈਸ਼ਨਲ ਗਾਰਡ ਰੱਖਿਆ ਗਿਆ, ਜਿਸ ਦਾ ਸੈਨਾਪਤੀ ਜਿਹੜਾ ਸੀ ਲਫਾਇਤੇ ਨੂੰ ਬਣਾਇਆ ਗਿਆ ਸੀ। ਯਾਦ ਰੱਖਿਓ ਕਿ ਇਹ ਸੈਨਾ ਹੈ ਜਿਹੜੀ ਕਿਹਨੇ ਤਿਆਰ ਕੀਤੀ ਸੀ, ਰਾਸ਼ਟਰੀ ਸਭਾ ਨੇ ਆਪਣੀ ਰੱਖਿਆ ਵਾਸਤੇ ਤਿਆਰ ਕੀਤੀ ਸੀ। ਛੇਵਾਂ ਹੈ, ਬਾਸਤੀਲ ਦੇ ਪਤਨ ਤੇ ਰਾਜਤੰਤਰ ਦੀ ਹਾਰ ਜਿਹੜੀ ਹੋ ਗਈ, ਇਸ ਦੀ ਖਬਰ ਫੈਲਦੇ ਸਾਰ ਹੀ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਕਿਸਾਨਾਂ ਨੇ ਵੀ ਉੱਚੇ ਵਰਗ ਦੇ ਵਿਰੁੱਧ ਹੈ ਜਿਹੜਾ ਉਹ ਵਿਦਰੋਹ ਕਰ ਦਿੱਤਾ। ਸੱਤਵਾਂ ਹੈ, ਪੈਰਿਸ ਦੇ ਲੋਕਾਂ ਦੀ ਬਾਸਤੀਲ ਦੇ ਉੱਤੇ ਜਿੱਤ ਨਾਲ ਪੈਰਿਸ ਸ਼ਹਿਰ ਨੂੰ ਇੱਕ ਨਵਾਂ ਰੂਪ ਪ੍ਰਾਪਤ ਹੋ ਗਿਆ। ਇਹ ਕ੍ਰਾਂਤੀਕਾਰੀਆਂ ਦੀਆਂ ਰਾਜਨੀਤਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਇਸ ਦੇ ਨਾਲ ਹੀ ਯੂਰਪੀ ਦੇਸ਼ਾਂ ਦਾ ਵੀ ਇੱਕ ਮਹਾਨ ਜਿਹੜਾ ਸੀ ਉਹ ਸ਼ਹਿਰ ਬਣ ਗਿਆ ਸੀਗਾ। ਅੱਠਵਾਂ, ਬਾਸਤੀਲ ਦੇ ਪਤਨ ਦੀ ਖਬਰ ਫੈਲਦੇ ਸਾਰ ਹੀ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਵਿਦਰੋਹ ਆਰੰਭ ਹੋ ਗਏ। ਪਿੰਡਾਂ ਦੇ ਵਿੱਚ ਕਿਸਾਨਾਂ ਨੇ ਜ਼ਗੀਰਦਾਰਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੰਕਟਮਈ ਹਾਲਤ ਦੇਖਦੇ ਹੋਏ ਕਈ ਉਦਾਰ ਵਿਚਾਰਾਂ ਵਾਲੇ ਕੁਲੀਨਾਂ ਨੇ ਆਪਣੇ ਵਿਸ਼ੇਸ਼ ਅਧਿਕਾਰ ਪਹਿਲਾਂ ਹੀ ਤਿਆਗ ਦਿੱਤੇ। ਉਹਨਾਂ ਨੂੰ ਇਹ ਸੀ ਕਿ ਕਿਸਾਨ ਨਹੀਂ ਤਾਂ ਉਹਨਾਂ ਨੂੰ ਮਾਰ ਦੇਣਗੇ, ਜਿਸ ਕਰਕੇ ਝਟਪਟ ਹੀ ਰਾਸ਼ਟਰੀ ਸਭਾ ਨੇ ਬਾਅਦ ਵਿੱਚ ਸਾਮੰਤ ਪ੍ਰਥਾ, ਦਾਸ ਪ੍ਰਥਾ ਅਤੇ ਉੱਚ ਵਰਗ ਦੇ ਵਿਸ਼ੇਸ਼ ਅਧਿਕਾਰਾਂ ਦੀ ਸਮਾਪਤੀ ਕਰ ਦਿੱਤੀ। ਉਸ ਤੋਂ ਬਾਅਦ ਸੈਕਿੰਡ ਆਪਾਂ ਪੜ੍ਹਦੇ ਹਾਂ, ਯੂਰਪ ਦੇ ਦੂਸਰੇ ਦੇਸ਼ਾਂ ਉੱਤੇ ਬਾਸਤੀਲ ਦੇ ਪਤਨ ਦੇ ਕੀ ਪ੍ਰਭਾਵ ਪਏ। ਬਾਸਤੀਲ ਦਾ ਪਤਨ ਸਿਰਫ ਫਰਾਂਸ ਦੇ ਇਤਿਹਾਸ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਆਜ਼ਾਦੀ ਦੀ ਉਤਪੱਤੀ ਦਾ ਇੱਕ ਪ੍ਰਤੀਕ ਮੰਨਿਆ ਜਾਂਦਾ ਹੈ। ਬਰਤਾਨੀਆ ਦੇ ਪ੍ਰਸਿੱਧ ਸਿਆਸਤਦਾਨ ਜੇਮਸ ਚਾਰਲਸ ਫੌਕਸ ਨੇ ਇਸ ਨੂੰ ਦੁਨੀਆ ਦੀ ਸਭ ਤੋਂ ਮਹਾਨ ਅਤੇ ਵਧੀਆ ਘਟਨਾ ਦੱਸਿਆ ਹੈ। ਜਿੱਥੇ ਫਰਾਂਸ ਦੀ ਇਸ ਘਟਨਾ ਤੋਂ ਇੰਗਲੈਂਡ ਦੇ ਉਦਾਰਵਾਦੀ ਨੇਤਾ ਉਤਸ਼ਾਹਿਤ ਹੋ ਕੇ ਕ੍ਰਾਂਤੀਕਾਰੀ ਵਿਚਾਰਾਂ ਦੇ ਸਮਰਥਕ ਹੋ ਗਏ, ਉੱਥੇ ਹੀ ਇੰਗਲੈਂਡ ਦੇ ਦੂਸਰੇ ਰੂੜੀਵਾਦੀ ਸਿਆਸਤਦਾਨ ਜਿਹੜੇ ਸੀ ਉਹ ਇਸ ਹਿੰਸਾਤਮਕ ਘਟਨਾ ਦੀ ਨਿੰਦਿਆ ਕਰਨ ਲੱਗ ਪਏ ਅਤੇ ਆਪਣੀ ਸਰਕਾਰ ਨੂੰ ਵੀ ਉਹ ਚੇਤਾਵਨੀ ਦੇਣ ਲੱਗ ਪਏ ਕਿ ਆਪਾਂ ਨੂੰ ਵੀ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਪ੍ਰਭਾਵ ਤੋਂ ਬਚਣ ਵਾਸਤੇ ਆਪਣੇ ਦੇਸ਼ ਦੀ ਸੁਰੱਖਿਆ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਯੂਰਪੀ ਮਹਾਂਦੀਪ ਦੇ ਵਿੱਚ ਜਿੰਨੇ ਨਿਰੰਕੁਸ਼ ਰਾਜੇ ਸੀ ਜਿਹੜੇ ਵੱਖ-ਵੱਖ ਮੁਲਕਾਂ ਵਿੱਚ ਰਾਜ ਕਰਦੇ ਸੀ ਅਤੇ ਉਹਨਾਂ ਦੇ ਮੰਤਰੀ ਸੀਗੇ, ਉਹਨਾਂ ਸਾਰਿਆਂ ਦੇ ਵਿੱਚ ਬੜੀ ਨਿਰਾਸ਼ਾ ਫੈਲ ਗਈ ਕਿਉਂਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਨਾਲ ਇੰਨੀ ਆਸਾਨੀ ਦੇ ਨਾਲ ਫਰਾਂਸ ਦਾ ਬਾਦਸ਼ਾਹ ਜਿਹੜਾ ਹੈ ਲੋਕਾਂ ਦੇ ਅੱਗੇ ਝੁਕ ਜਾਵੇਗਾ। ਆਸਟਰੀਆ ਅਤੇ ਪਰਸ਼ੀਆ ਦੇ ਨਿਰੰਕੁਸ਼ ਰਾਜਿਆਂ ਨੇ ਫਰਾਂਸ ਦੇ ਰਾਜਤੰਤਰ ਦੀ ਰੱਖਿਆ ਵਾਸਤੇ ਫਰਾਂਸ ਦੇ ਕ੍ਰਾਂਤੀਕਾਰੀਆਂ ਨਾਲ ਯੁੱਧ ਕਰਨ ਵਾਸਤੇ ਆਪਣੀਆਂ ਸੈਨਾਵਾਂ ਭੇਜੀਆਂ ਅਤੇ ਅੰਤ ਵਿੱਚ ਸਾਰੇ ਯੂਰਪ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਰੂਸ, ਆਸਟਰੀਆ ਅਤੇ ਪਰਸ਼ੀਆ ਦੇ ਨਿਰੰਕੁਸ਼ ਰਾਜਿਆਂ ਨੇ ਫਰਾਂਸੀਸੀ ਰਾਜਤੰਤਰ ਪ੍ਰਤੀ ਹਮਦਰਦੀ ਦਿਖਾਈ ਅਤੇ ਆਪਣੇ ਦੇਸ਼ਾਂ ਵਿੱਚ ਫਰਾਂਸ ਵਰਗੇ ਹਿੰਸਾਤਮਕ ਵਿਦਰੋਹਾਂ ਦੀ ਰੋਕਥਾਮ ਵਾਸਤੇ ਉਹਨਾਂ ਨੇ ਯਤਨ ਕਰਨੇ ਸ਼ੁਰੂ ਕਰ ਦਿੱਤੇ। ਫਰਾਂਸ ਦੀ ਇਸ ਘਟਨਾ ਦਾ ਇਟਲੀ ਅਤੇ ਜਰਮਨੀ ਦੇ ਛੋਟੇ-ਛੋਟੇ ਰਾਜਾਂ ਨੇ ਸਵਾਗਤ ਕੀਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਹਿੰਸਕ ਕਾਰਵਾਈਆਂ ਦੇ ਨਤੀਜੇ ਵਜੋਂ ਫਰਾਂਸ ਦੀ ਸਰਕਾਰ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਰੁੱਝੀ ਰਹੇਗੀ, ਉਹਨਾਂ ਨੂੰ ਸਾਡੇ ਦੇਸ਼ ਵੱਲ ਧਿਆਨ ਦੇਣ ਦਾ ਮੌਕਾ ਨਹੀਂ ਮਿਲੇਗਾ ਅਤੇ ਉਹ ਸਾਡੇ ਦੇਸ਼ 'ਤੇ ਹਮਲਾ ਨਹੀਂ ਕਰਨਗੇ, ਜਿਸ ਦਾ ਉਹਨਾਂ ਨੂੰ ਹਮੇਸ਼ਾ ਹੀ ਡਰ ਲੱਗਾ ਰਹਿੰਦਾ ਸੀ ਇਟਲੀ ਅਤੇ ਜਰਮਨ ਨੂੰ ਕਿ ਸਾਡੇ ਉੱਤੇ ਫਰਾਂਸ ਵੱਲੋਂ ਹਮਲਾ ਹੋ ਜਾਣਾ। ਸੋ ਇਸ ਦੇ ਨਾਲ ਹੀ ਅੱਜ ਦਾ ਆਪਣਾ ਟੌਪਿਕ ਹੈ ਜਿਹੜਾ ਉਹ ਸਮਾਪਤ ਹੁੰਦਾ ਹੈ। ਧੰਨਵਾਦ।